Good morning, students. Today we will start the chapter A Letter to God written by G.I. Venus. This chapter is related from your book First Flight. So before I'll go further of this story, let me to introduce little introduction, brief introduction related with this chapter. So this chapter they have asked a question. They say, faith you can move mountains, but what should we put our faith in? This is the question this story delicately poses. ਕਹਿੰਦੇ ਜਦੋਂ ਆਪਾਂ ਕਿਸੇ ਤੇ ਵਿਸ਼ਵਾਸ ਕਰਦੇ ਆ ਨਾ ਦੈਨ ਮਾਊਂਟੇਨ ਵੀ ਮੂਵ ਕਰ ਸਕਦਾ ਹੈਗਾ ਯਾਨੀ ਕਿ ਦਿਸ ਇਜ਼ ਆਲ ਅਬਾਊਟ ਆਫ ਆਰ ਫੇਥ ਜੇ ਆਪਾਂ ਫੇਥ ਕਰ ਰਹੇ ਹਾਂ ਦੈਨ ਮਾਊਂਟੇਨ ਮੂਵ ਕਰ ਸਕਦਾ ਹੈਗਾ ਪਰ ਕੀ ਆਪਾਂ ਨੂੰ ਇੰਨਾ ਵਿਸ਼ਵਾਸ ਕਰਨਾ ਚਾਹੀਦਾ ਇਸ ਤਰ੍ਹਾਂ ਦੇ ਡੈਲੀਕੇਟਲੀ ਕੁਐਸਚਨ ਨੂੰ ਆ ਸਟੋਰੀ ਰੇਜ਼ ਕਰ ਰਿਹਾ ਉਠਾ ਰਿਹਾ Lencho is a farmer who writes a letter to God when his crops are ruined. Ruined का मतलब होता है destroy हो जाना, finish हो जाना. Asking for 100 pesos. Does Lencho's letter reach God? Does God send him the money? Think what your answers to these questions would be and guess how the story continues before you begin to read it. अब ਲੈਂਚੋ ਇਸ ਸਟੋਰੀ ਦੇ ਵਿੱਚ ਇੱਕ ਕੈਰੈਕਟਰ ਹੈ ਫਾਰਮਰ ਹੈ ਉਹਦਾ ਨਾਮ ਲੈਂਚੋ ਹੈ ਉਹ ਗੋਡ ਨੂੰ ਲੈਟਰ ਲਿਖਦਾ ਹੈਗਾ ਉਸ ਟਾਈਮ ਜਦੋਂ ਉਹਦੀ ਫਸਲ ਪੂਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ ਔਰ ਗੋਡ ਨੂੰ ਕੀ ਕਹਿੰਦਾ ਹੈਗਾ ਕਿ ਉਹਨੂੰ 100 ਪੈਸੋਸ ਦੀ ਲੋੜ ਹੈਗੀ ਆ ਨੀਡ ਹੈਗੀ ਆ ਪੈਸੋਸ ਜਿਹੜੀ ਹੈ ਉਹ ਲੈਟਿਨ ਅਮਰੀਕਨ ਕਰੰਸੀ ਹੈ ਓਕੇ ਮੈਕਸੀਕੋ ਸਾਈਡ ਦੇ ਵਿੱਚ ਯੂਜ਼ ਹੁੰਦੀ ਹੈ ਸੋ ਦਿਸ ਇਜ਼ ਨੋਨ ਐਜ਼ ਅ ਪੈਸੋ ਕਹਿੰਦੇ ਹੈ ਕਿ ਵਾਕਈ ਗੋਡ ਤੱਕ ਲੈਟਰ ਪਹੁੰਚਦਾ ਹੈਗਾ ਔਰ ਗੋਡ ਉਹਨੂੰ ਮਨੀ ਵਾਪਸ ਭੇਜਦਾ ਹੈ ਕਿ ਨਹੀਂ ਇਸ ਤਰ੍ਹਾਂ ਦੇ ਕਈ ਸਵਾਲ ਦੇ ਜਵਾਬ ਆਪਾਂ ਇਸ ਸਟੋਰੀ ਦੇ ਵਿੱਚ ਲੱਭਾਂਗੇ ਫਾਈਂਡ ਆਊਟ ਕਰਾਂਗੇ ਸੋ ਲੈਟਸ ਬਿਗਿਨ ਦ ਸਟੋਰੀ ਬਿਫੋਰ ਇਟ ਸਮ ਐਕਟੀਵਿਟੀ ਦੇ ਹੈਵ ਗਿਵਨ ਇਨ ਦਿਸ ਚੈਪਟਰ ਵਿਚ ਆਈ ਵਿਲ ਸ਼ੋ ਯੂ ਬਟ ਵੀ ਵਿਲ ਡੂ ਇਨਸਾਈਡ ਦ ਕਲਾਸਰੂਮ ਓਕੇ ਨੋਟ ਨਾਓ so these are the format of money order which they have explained step by step and this chapter I would have taken from your book First Flight. Okay, this is the NCERT book. So this is also the format of your money order. You can see here signature of witness, what type of money order stamp we used to received earlier few years prior. So now we will continue the story from here. The house, the only one in the entire village, sat on the crest of a low hill. From this height, one could see the river and the field of ripe corn dotted with the flowers that always promised a good harvest. ਲੈਂਚੋ ਦਾ ਘਰ ਜਿਹੜਾ ਸੀਗਾ ਉਹ ਪੂਰੇ ਵਿਲੇਜ ਦੇ ਸਭ ਤੋਂ ਲੋ ਪਹਾੜੀ ਦੇ ਕ੍ਰਿਸਟ 'ਤੇ ਸੀਗਾ ਕ੍ਰਿਸਟ 'ਤੇ ਮਤਲਬ ਹੈਗਾ ਇੱਥੇ ਟੌਪ ਆਫ ਅ ਹੀਲ ਛੋਟੀ ਜਿਹੀ ਪਹਾੜੀ ਦੇ ਸਭ ਤੋਂ ਹਾਈਟ 'ਤੇ ਸਭ ਤੋਂ ਉਚਾਈ 'ਤੇ ਸੀਗਾ ਉੱਥੇ ਬੈਠ ਕਰਕੇ ਆਪਾਂ ਬਹਿੰਦੇ ਹੋਏ ਰਿਵਰ ਨੂੰ ਦੇਖ ਸਕਦੇ ਸੀਗੇ ਔਰ ਕੌਰਨ ਦੀ ਜਿਹੜੀ ਕ੍ਰੌਪ ਲੱਗੀ ਹੈ ਉਹ ਪੂਰੀ ਤਰ੍ਹਾਂ ਲੋਕਾਂ ਨੂੰ ਦਿਸਦੀ ਸੀਗੀ ਯਾਨੀ ਕਿ ਉਹਦੇ ਫਲਾਵਰਸ ਜਿਹੜੇ ਸੀਗੇ ਉਹ ਹਮੇਸ਼ਾ ਹੀ ਵਧੀਆ ਪ੍ਰੋਮਿਸਡ ਕਰਦੇ ਸੀਗੇ ਕਿ ਫਸਲ ਇਸ ਵਾਰ ਬਹੁਤ ਵਧੀਆ ਹੋਊਗੀ ਕੌਰਨ ਦੀ ਕ੍ਰੌਪ ਇੰਨੀ ਜ਼ਿਆਦਾ ਵਧੀਆ ਲੱਗੀ ਹੋਈ ਸੀ The only thing the earth needed was a downpour or at least a shower. Throughout the morning, Lencho, who knew his field intimately, had done nothing else but see the sky towards the northeast. अब उस ਜ਼ਮੀਨ ਨੂੰ ਕਿਹੜੀ ਚੀਜ਼ ਸਭ ਤੋਂ ਵੱਧ ਰਿਕੁਆਇਰਡ ਸੀਗੀ ਡਾਊਨਪੋਰ ਦਾ ਇੱਥੇ ਮਤਲਬ ਕੀ ਹੈ ਡਾਊਨਪੋਰ ਐਂਡ ਸ਼ਾਵਰ ਦਾ ਡਾਊਨਪੋਰ ਦਾ ਮਤਲਬ ਹੈਗਾ ਹੈਵੀ ਰੇਨਫਾਲ ਔਰ ਸ਼ਾਵਰ ਦਾ ਮਤਲਬ ਹੈਗਾ ਲੋ ਰੇਨਫਾਲ ਸ਼ਾਵਰ ਯਾਨੀ ਕਿ ਮਾਈਲਡ ਰੇਨਫਾਲ ਓਕੇ ਸੋ ਥਰੂ ਆਊਟ ਦਾ ਮੋਰਨਿੰਗ ਸਾਰਾ ਦਿਨ ਲੈਂਚੋ ਕੀ ਕਰਦਾ ਰਿਹਾ ਉਹ ਪੂਰੀ ਤਰ੍ਹਾਂ ਪੂਰੀ ਡੈਸਪੀਰੇਟਲੀ ਔਰ ਇੰਟੀਮੇਟਲੀ ਬਹੁਤ ਕਲੋਜ਼ ਹੋ ਕਰਕੇ ਆਸਮਾਨ ਵੱਲੋਂ ਦੇਖਦਾ ਰਿਹਾ ਸਪੈਸ਼ਲੀ ਨਾਰਥ ਈਸਟ ਡਾਇਰੈਕਸ਼ਨ ਦੇ ਵਿੱਚ ਨਾਰਥ ਈਸਟ ਡਾਇਰੈਕਸ਼ਨ ਤੋਂ ਹਵਾ ਚੱਲ ਰਹੀ ਸੀਗੀ ਉੱਥੇ ਬੱਦਲ ਬਣੇ ਹੋਏ ਸੀਗੇ ਇਸ ਕਰਕੇ ਉਹ ਉੱਥੇ ਹੀ ਦੇਖਦਾ ਰਿਹਾ ਨਾਓ ਵੀ ਆਰ ਰੀਅਲੀ ਗੋਇੰਗ ਟੂ ਗੈਟ ਸਮ ਵਾਟਰ ਵੂਮੈਨ the woman who was preparing supper replied, yes, God willing. The older boys were working in the field while the smaller ones were playing near the house until the woman called to them, come for dinner. It was during the meal. Now we are really going to get some water, woman. अब woman ਦਾ ਇੱਥੇ ਮਤਲਬ ਕੀ ਹੈ ਪ੍ਰੋਬੇਬਲੀ ਲੈਂਚੋ ਦੀ ਵਾਈਫ ਨੂੰ ਕੰਸੀਡਰ ਕੀਤਾ ਗਿਆ ਹੈ ਵੂਮੈਨ ਨੂੰ ਦੇਖ ਕਰਕੇ ਲੈਂਚੋ ਕੀ ਕਹਿੰਦਾ ਹੈਗਾ ਕਿ ਹੁਣ ਲੱਗਦਾ ਹੈਗਾ ਕਿ ਮੀਂਹ ਪੈ ਜਾਣਾ ਵੂਮੈਨ ਜਿਹੜੀ ਹੈ ਉਹ ਖਾਣਾ ਤਿਆਰ ਕਰਦੇ ਹੋਏ ਡਿਨਰ ਸੁਪਰ ਮੀਨਸ ਡਿਨਰ ਨੂੰ ਤਿਆਰ ਕਰਦੇ ਹੋਏ ਰਿਪਲਾਈ ਕਰਦੀ ਹੈ ਹਾਂ ਰੱਬ ਦੀ ਮਰਜ਼ੀ ਹੈ ਔਰ ਲੈਂਚੋ ਦੇ ਜਿਹੜੇ ਵੱਡੇ ਬੇਟੇ ਸੀਗੇ ਉਹ ਖੇਤਾਂ 'ਚ ਕੰਮ ਕਰ ਰਹੇ ਸੀਗੇ ਉਹ ਛੋਟੇ ਘਰ ਦੇ ਆਸ-ਪਾਸ
ਖੇਡ ਰਹੇ ਸੀਗੇ ਔਰ ਉਹਨਾਂ ਨੂੰ ਆਵਾਜ਼ ਦੇ ਕਰਕੇ ਵੂਮਨ ਬੁਲਾਉਂਦੀ ਹੈ, ਕਹਿੰਦੀ ਹੈ ਡਿਨਰ ਤਿਆਰ ਹੈ ਔਰ ਖਾਣ ਦਾ ਟਾਈਮ ਹੋ ਗਿਆ, ਤੁਸੀਂ ਆ ਜਾਓ। Lencho had predicted big drops of rain began to fall in the northeast. Huge mountains of clouds could be seen approaching. The air was fresh and sweet. The man went out for no other reason than to have the pleasure of feeling of rain on his body. ਲੈਂਚੋ ਨੇ ਜਿਵੇਂ ਪ੍ਰੈਡਿਕਟ ਕੀਤਾ ਸੀਗਾ, ਯਾਨੀ ਕਿ ਪ੍ਰੈਡਿਕਟ ਦਾ ਮਤਲਬ ਹੈਗਾ ਦੱਸਿਆ ਸੀਗਾ, ਅੱਗੇ ਹੀ ਕਿਹਾ ਸੀਗਾ ਕਿ ਵੱਡੇ ਵੱਡੇ ਮੀਂਹ ਦੇ ਡ੍ਰੌਪਸ ਪੈਣੇ ਸ਼ੁਰੂ ਹੋ ਗਏ। इन द नॉर्थ ईस्ट ह्यूज माउंटेन्स ऑफ क्लाउड। लेंचो ने फटाफट अपना डिनर फिनिश किया और बाहर जाके की देखा कि नॉर्थ ईस्ट डायरैक्शन ते पहाड़ के उत्ते बहुत ज़्यादा क्लाउड बने हुए सीगे। फ्रैश हवा चल रही सीगी और वो बहुत स्वीट लग रही सीगी। अब लेंचो बाहर गया सीगा और बाहर जाने के पीछे रीज़न की सीगा, जदों मीह पैने शुरू हो गई लेंचो का रीज़न की सीगा कि वो मीह दे विच आराम नाल ही इंजॉय करना चाहता सीगा, यानी कि रेन दे प्लेजर नू फील करना चाहता सीगा, इस करके वो मीह ते बाहर चला गया सीगा। कहता जदों वो बाहर तो अंदर आया दैन लेंचो ने की कहा, की एक्सक्लेम किया, दीज आर नॉट रेन ड्रॉप्स फॉलिंग फ्रॉम द स्काई, दे आर न्यू कॉइन्स, द बिग ड्रॉप्स आर 10 सेंट पैसेस एंड द लिटिल वंस आर 5। अब जदों लेंचो अंदर आया कहता आसमान ते जड़े मीह दे ड्रॉप्स पै रहे हैं ना, बड़ी बड़ी बूंदा पै रही हैं, ये रेन ड्रॉप्स नहीं है, ये क्वाइंस है, यानी गोल्ड क्वाइंस के नाल लेंचो इनू कंपेयर करता है और कहता है कि ये मीह नहीं क्वाइंस है, और जोड़े बड़े ड्रॉप्स हैं वो 10 सेंट पाइसिस है और जोड़े छोटे छोटे ड्रॉप्स है वो 1 और 5 पैसेस है। With a satisfied expression he regarded the field of ripe corn with its flower draped in a curtain of rain, but suddenly a strong wind began to blow and along with the rain very large hailstorm began to fall। अब सैटिस्फाइड होकर के अपने एक्सप्रैशन ਨੂੰ फील्ड ਨੂੰ लेकर के एक्सप्रैस करता होया की कहता है कि हुण फ्लावर्स जिहड़ी है वो कौन बन जाऊगी और पूरी तरह मीह तो कवर हो गई है उसकी फसल, यानी कि पूरी तरह प्रोटैक्टेड है। ड्रैप्ड का इत्थे मतलब की है कवर्ड विथ क्लॉथ्स, जदों आपां किसी चीज़ नूं कपड़े दे नाल ढक दिंदे आ, कवर कर दिंदे आ, इत्थे उसकी फसल जिहड़ी है वो मीह दे नाल कवर हो गई। पर अचानक ही की हुंदा हैगा, बहुत तेज़ी दे नाल लार्ज हैलस्टोन आ जाता हैगा। हैलस्टोन का इत्थे मतलब की है गड़े पैने, ठीक है, तो हैलस्टोन आने शुरू हो जाते हैं। दिस ट्रूली डिड रिजेंबल न्यू सिल्वर क्वाइंस। द बॉयज एक्सपोजिंग दैमसेल्फ टू द रेन रैन आउट टू कलैक्ट द फ्रोजन पर्ल्स। अब वो बच्चे जड़े सीगे, मुंडे जड़े सीगे वो खेल रहे सीगे और बाहर जाके की कहते हैलस्टोन नूं देखते हुए कि हुण डेफिनेटली ये सिल्वर क्वाइंस दे नाल मिलते जुलते लग रहे हैं। और उस तो बाद वो जोड़े छोटे छोटे फ्रोजन गड़े पै सीगे वो मोती वांगू यानी पल्स वांगू लग रहे सीगे और बच्चे ने उन्होंने कलैक्ट करना शुरू करता। इट्स रियली गेटिंग बैड नाउ, exclaimed the man. I hope it passes quickly. It didn't pass quickly. For an hour the hail rained on the house, the garden, the hillside, the cornfield, on the whole valley. The field was white as if covered with salt। अब लेंचो की कहता है कि मैं उम्मीद करता है कि वो छेती ही ये बंद हो जाऊगा क्योंकि ये बहुत ज़्यादा बुरा हैगा। और इट डिड नॉट पास क्विकली, पर हेलस्टॉर्म छेती नहीं रुकिया और कई घंटों तक ये पूरी तरह पैंदा ही रहा। घर, गार्डन, हिल साइड द एरिया, कॉर्न दी फील्ड, सारा वैली जिहड़ा हैगा वो पूरी तरह वाइट वाइट हो गया। ऐ लग रहा सीगा जिवें चारों पासे सॉल्ट पै हों, गड़े वाइट वाइट छोटे छोटे गड़े पै हुंदे है ना, उहदे नाल पूरा खेत और सारा एरिया कवर हो गया सी। नॉट अ लीफ रिमेन ऑन द ट्रीज, द कॉर्न वॉज टोटली डिस्ट्रॉयड, द फ्लावर्स were gone from the plants. Lencho's soul was filled with sadness. When the storm had passed, he stood in the middle of the field and said to his son, a plague of locust wood। अब कोई भी लीफ जिहड़ा सीगा ट्री ते वो खाली नहीं रह गया सीगा, सारे लीव्स खत्म हो गए सीगे हेलस्टॉर्म करके, यानी गड़े पै सीगे तो पत्ते सारे खत्म हो गए। कॉर्न दी फसल जिहड़ी सीगी पूरी तरह फिनिश हो गई। फ्लावर्स जिहड़े सीगे प्लांट्स दे वो खत्म हो गए। लेंचो खेत दे विच खड़ा सीगा और बहुत ज़्यादा दुखी सीगा। स्टॉर्म तो चला गया
ਪਰ ਉਹਦੇ ਖੇਤ ਦੇ ਵਿੱਚ ਕੁਛ ਨਹੀਂ ਬਚਿਆ। ਉਹ ਖੇਤ ਦੇ ਵਿੱਚੋਂ ਵਿੱਚ ਖੜ ਕੇ ਆਪਣੇ ਸਨ ਨੂੰ, ਆਪਣੇ ਬੇਟੇ ਨੂੰ ਕੀ ਕਹਿ ਰਿਹਾ ਸੀਗਾ ਕਿ ਅ ਪਲੇਗ ਆਫ ਲੋਕਸਟ ਵੁੱਡ ਹੈਵ ਲੈਫਟ ਮੋਰ ਦੈਨ ਦਿਸ। ਲੋਕਸਟ ਦਾ ਮਤਲਬ ਇੱਥੇ ਕੀ ਹੈ? ਲੋਕਸਟ ਜਿਹੜੇ ਹੈਗੇ ਆ ਉਹ ਐਕਚੁਅਲ ਦੇ ਵਿੱਚ ਇੱਕ ਇਨਸੈਕਟ ਹੁੰਦੇ ਹੈਗੇ। ਇਨਸੈਕਟਸ ਦਾ ਨਾਮ ਹੁੰਦਾ ਹੈਗਾ ਲਾਈਕ ਗ੍ਰਾਸ ਹੋਪਰ ਵਗੈਰਾ ਹੁੰਦੇ ਆ ਨਾ, ਉਸ ਤਰ੍ਹਾਂ ਇਨਸੈਕਟ ਹੁੰਦੇ ਆ। ਜੇ ਗਰੁੱਪਸ ਦੇ ਵਿੱਚ ਆਉਂਦੇ ਆ ਉਹ ਪੂਰੀ ਤਰ੍ਹਾਂ ਕ੍ਰੌਪਸ ਨੂੰ ਖ਼ਤਮ ਕਰ ਦਿੰਦੇ ਆ, ਡਿਸਟਰੋਏ ਕਰ ਦਿੰਦੇ ਆ। ਤਾਂ ਲੈਂਚੋ ਕੀ ਕਹਿੰਦਾ ਹੈਗਾ ਕਿ ਲੋਕਸਟ ਦਾ ਜਦੋਂ ਪਲੇਗ ਆਉਂਦਾ ਹੈ ਨਾ, ਉਹ ਵੀ ਖੇਤ ਦੇ ਵਿੱਚ ਇਸ ਤੋਂ ਜ਼ਿਆਦਾ ਛੱਡ ਦਿੰਦਾ ਹੈਗਾ। ਐਂਡ ਦ ਹੈਲ ਹੈਜ਼ ਲੈਫਟ ਨਥਿੰਗ ਦਿਸ ਈਅਰ, ਵੀ ਵਿਲ ਹੈਵ no corn. That night was a sorrowful one. All our work for nothing. There's no one who can help us. We will all go hungry this year. अब ਲੈਂਚੋ ਕੀ ਕਹਿੰਦਾ ਹੈਗਾ ਕਿ ਅਬ ਆਪਣੇ ਕੋਲ ਇਹ ਹੈਲ ਜਿਹੜਾ ਆਇਆ ਸੀਗਾ, ਇਸ ਹੈਲ ਨੇ ਕੁਝ ਵੀ ਨਹੀਂ ਛੱਡਿਆ, ਯਾਨੀ ਕਿ ਇਸ ਸਾਲ ਆਪਣੇ ਕੋਲ ਕੋਈ ਵੀ ਕੌਣ ਨਹੀਂ ਹੋਊਗਾ, ਫਸਲ ਦੇ ਵਿੱਚ ਕੁਛ ਨਹੀਂ ਬਚਿਆ। ਨਾਈਟ ਜਿਹੜੀ ਸੀਗੀ ਬਹੁਤ ਜ਼ਿਆਦਾ ਸੋਰੋਫੁਲ ਹੋ ਗਈ। ਕਹਿੰਦੇ ਸਾਰਾ ਕੀਤਾ ਹੋਇਆ ਕੰਮ ਖਰਾਬ ਹੋ ਗਿਆ, ਹੁਣ ਆਪਣੀ ਕੋਈ ਮਦਦ ਨਹੀਂ ਕਰ ਸਕਦਾ ਹੈਗਾ, ਇਸ ਸਾਲ ਆਪਾਂ ਸਾਰਿਆਂ ਨੂੰ ਭੁੱਖੇ ਹੀ ਰਹਿਣਾ ਪਊਗਾ। But in the hearts of all who lived in that solitary house in the middle of the valley, there was a single hope, help from God. ਅਬ ਸਾਰਿਆਂ ਦੇ ਦਿਲ ਦੇ ਵਿੱਚ, ਜਿਹੜੇ ਉਸ ਪਹਾੜ ਦੇ ਉੱਤੇ ਰਹਿ ਰਹੇ ਸੀਗੇ, ਸਾਰਿਆਂ ਦੇ ਦਿਲ ਦੇ ਵਿੱਚ ਕੀ ਸੀਗਾ? ਇੱਕ ਹੀ ਉਮੀਦ ਸੀਗੀ। ਸੋਲੀਟਰੀ ਦਾ ਮਤਲਬ ਹੁੰਦਾ ਹੈਗਾ ਸਿੰਗਲ ਔਰ ਵਨ, ਓਨਲੀ ਵਨ। ਉਹ ਕੀ ਸੀਗਾ ਕਿ ਹੁਣ ਆਪਣੀ ਮਦਦ ਕੌਣ ਕਰ ਸਕਦਾ ਹੈਗਾ? ਆਪਾਂ ਨੂੰ ਉਮੀਦ ਸਿਰਫ ਰੱਬ ਤੋਂ ਹੈ, ਗੋਡ ਤੋਂ ਹੈ। Don't be so upset even though this seems like a total loss. Remember, no one dies of hunger. अब मेरा ਲੈਂਚੋ ਕੀ ਕਹਿੰਦਾ ਹੈਗਾ ਕਿ ਇੰਨਾ ਜ਼ਿਆਦਾ ਦੁਖੀ ਹੋਣ ਦੀ ਤਾਂ ਕੋਈ ਲੋੜ ਨਹੀਂ, ਹਾਲਾਂਕਿ ਸਾਰਾ ਕੁਝ ਖਤਮ ਹੋ ਗਿਆ ਪਰ ਫਿਰ ਵੀ ਕੋਈ ਭੁੱਖਾ ਨਹੀਂ ਮਰੂਗਾ। That's what they say, no one dies of hunger. All through the night, ਲੈਂਚੋ thought only of his one hope, the help of God, whose eyes, as he had been instructed, see everything, even what is deep in one's conscience. अब वो की कहता हैगा कि सारा कुछ खत्म हो गया फिर भी कोई भूख तो नहीं मरूगा। ਇਹਦਾ ਕੀ ਮਤਲਬ ਹੈ ਕਿ ਕੋਈ ਵੀ ਭੁੱਖਾ ਨਹੀਂ ਮਰੂਗਾ। ਸਾਰੀ ਰਾਤ ਲੈਂਚੋ ਜਿਹੜਾ ਹੈਗਾ ਉਹ ਇੱਕ ਹੀ ਉਮੀਦ ਤੇ ਕੱਟਤਾ ਕਿ ਗੋਡ ਸਾਰਾ ਕੁਝ ਦੇਖ ਰਿਹਾ, ਯਾਨੀ ਕਿ ਗੋਡ ਦੀ ਆਈਜ਼ ਤੋਂ ਕੁਝ ਵੀ ਛੁਪਾ ਹੋਇਆ ਨਹੀਂ ਹੈ। ਬਚਪਨ ਤੋਂ ਹੀ ਲੈਂਚੋ ਨੂੰ ਸਿਖਾਇਆ ਗਿਆ ਸੀਗਾ, ਇੰਸਟਰਕਸ਼ਨ ਦਿੱਤਾ ਗਿਆ ਸੀਗਾ ਕਿ ਰੱਬ ਸਾਰਾ ਕੁਝ ਦੇਖਦਾ ਹੈਗਾ। ਸੋ ਇਹ ਆਪਣੇ ਦਿਲ ਦੇ ਵਿੱਚ ਪੂਰੀ ਤਰ੍ਹਾਂ ਇਸ ਗੱਲ ਨੂੰ ਬਿਠਾਇਆ ਹੋਇਆ ਸੀਗਾ ਔਰ ਕਹਿ ਰਿਹਾ ਕਿ ਚਾਹੇ ਆਪਾਂ ਗਲਤ ਕਰੀਏ ਜਾਂ ਸਹੀ, ਕੰਸਾਇੰਸ ਦਾ ਮਤਲਬ ਆਪਣੀ ਇਨਰ ਵਾਈਜ਼, ਆਪਣੀ ਦਿਲ ਦੀ ਆਵਾਜ਼। ਕਹਿੰਦਾ ਰੱਬ ਤਾਂ ਸਾਰਾ ਕੁਝ ਦੇਖ ਹੀ ਰਿਹਾ। ਫਿਰ ਲੈਂਚੋ ਇੱਥੇ ਕੀ ਕਹਿੰਦਾ ਹੈਗਾ? ਲੈਂਚੋ ਕਹਿੰਦਾ ਹੈਗਾ that Lencho was an ox of a man, working like an animal in the fields, but still he knew how to write. The following Sunday at the daybreak he began to write a letter which he himself would carry to town and place in the mail. It was nothing less than a letter to God. ਹਾਲਾਂਕਿ ਲੈਂਚੋ ਜਿਹੜਾ ਸੀਗਾ ਉਹਦੀ ਲਾਈਫ ਕਿਸ ਤਰ੍ਹਾਂ ਦੀ ਸੀਗੀ? ਉਹ ਪੂਰੀ ਤਰ੍ਹਾਂ ਇੱਕ ਐਨੀਮਲ ਵਾਂਗੂ ਕੰਮ ਕਰਦਾ ਸੀਗਾ। was an ox of man, यानी कि ऑक्स वांगू काम करता सीगा, बहुत ज़्यादा हार्ड वर्किंग सीगा, बट इस तो बाद भी उन्होंने पढ़ना लिखना आंदा सीगा। नैक्सट संडे नूं जदों डे ब्रेक होया, यानी कि दिन की शुरुआत हुई, रात फिनिश होया और दिन की शुरुआत हुई, दैन लेंचो ने की किया? लैटर लिखना शुरू किया और उस लैटर नूं लेकर के आप शहर गया पोस्ट करन दे लई, यानी कि मेल करन दे लई। और वो लैटर कुछ होर नहीं सीगा, वो लैटर लेंचो ने गॉड दे लई लिखिया सी, गॉड दे नाम ते लैटर लिखिया सीगा। What he has written in this letter? God, he wrote, if you don't help me, my family and I will go hungry this year. I need 100 peso in order to sow my field again and to live until the crop comes because the hailstorm. ਲੈਂਚੋ ਨੇ ਲਿਖਿਆ ਸੀਗਾ ਗॉड ਨੂੰ ਕਿ ਤੁਸੀਂ ਮੇਰੀ ਤੇ ਮੇਰੀ ਫੈਮਿਲੀ ਦੀ ਹੈਲਪ ਕਰੋ। ਜੇ ਤੁਸੀਂ ਮੇਰੀ ਔਰ ਮੇਰੀ ਫੈਮਿਲੀ ਦੀ ਹੈਲਪ ਨਹੀਂ ਕੀਤੀ ਤਾਂ ਮੈਂ ਤੇ ਮੇਰਾ ਪੂਰਾ ਪਰਿਵਾਰ ਇਸ ਸਾਲ ਭੁੱਖੇ ਰਹਿ ਜਾਣਗੇ। ਔਰ ਮੈਨੂੰ ਕਿੰਨੇ ਪੈਸੇ ਦੀ ਲੋੜ ਹੈ? ਮੈਨੂੰ 100 पेसोज़ ਦੀ ਲੋੜ ਹੈ ਤਾਂ ਕਿ ਮੈਂ ਆਪਣੀ ਫੈਮਿਲੀ ਨੂੰ ਖਿਲਾ ਸਕਾਂ ਔਰ ਨੈਕਸਟ ਫਸਲ ਆਪਣੀ ਫੀਲਡ 'ਤੇ ਲਗਾ ਸਕਾਂ। ਸੋ ਇਹ ਸਾਰਾ ਫਸਲ ਜਿਹੜਾ ਹੈਗਾ ਉਹ ਹੈਲਸਟੋਮ ਐਂਡ ਸੋ ਔਨ ਕਰਕੇ ਖਰਾਬ ਹੋ ਗਿਆ, ਜਿਵੇਂ ਤੁਹਾਨੂੰ ਪਤਾ ਹੀ ਹੈ।
He wrote to God on the envelope, put the letter inside, and still troubled, went to town. At the post office, he placed a stamp on the letter and dropped it into the mailbox. अब envelope ਦੇ ਉੱਤੇ ਲੈਂਚੋ ਨੇ ਕੀ ਲਿਖਿਆ? ਟੂ ਗੋਡ, ਯਾਨੀ ਕਿ ਗੋਡ ਨੂੰ ਸੈਂਡ ਕਰ ਰਿਹਾ ਸੀਗਾ ਤੇ ਇਸ ਕਰਕੇ ਐਡਰੈਸ ਤੇ ਟੂ ਗੋਡ ਪਾਇਆ। फिर लेटर इनवेलप दे इनसाइड पा करके वो शहर चला गया। शहर जा करके पोस्ट ऑफिस से स्टैंप लगवाया और स्टैंप लगाने तो बाद मेल बॉक्स से यानी कि पोस्ट बॉक्स से उन्होंने ड्रॉप करके आ गया। सो दिस इज़ द हाफ स्टोरी ऑफ अ लेटर टू गॉड। Rest of the story I will explain in my next lecture. So I hope you all will understood. Along with that, some short question answer I will post for you so that you can complete the register.